भी ना दे मेरे बढ़िया रहेगा। इसमें टोटल लीवर बोलते हैं। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟਾਰ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਇਸ ਟਾਈਮ ਮੈਂ ਤਰਨ ਠੁਕਰਾਲ ਗੱਲਬਾਤ ਕਰ ਰਿਹਾ। ਇਸ ਟਾਈਮ ਪਟਿਆਲਾ ਸ਼ਹਿਰ ਦੇ ਵਿੱਚ ਐਨਸੀਸੀ ਡਿਪਾਰਟਮੈਂਟ ਦੇ ਵਿੱਚ ਪਹੁੰਚੇ ਹਾਂ। ਇਸ ਟਾਈਮ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੀ ਐਨਸੀਸੀ ਟ੍ਰੇਨਿੰਗ ਜਿਹੜੀ ਕਿ ਸਕੂਲ ਲਾਈਨ ਦੇ ਵਿੱਚ, ਅਸੀਂ ਵੀ ਜਦੋਂ ਪੜ੍ਹਦੇ ਸੀ ਤਾਂ ਸਕੂਲ ਲਾਈਨ ਦੇ ਵਿੱਚ ਜਿਹੜੀ ਕਿ ਇਸ ਟਾਈਮ ਐਨਸੀਸੀ ਟ੍ਰੇਨਿੰਗ ਵਾਲੇ ਜਦੋਂ ਕਿ ਬੱਚਿਆਂ ਨੂੰ ਬੁਲਾਇਆ ਜਾਂਦਾ ਸੀ, ਤਾਂ ਇਸ ਟਾਈਮ ਐਨਸੀਸੀ ਗਰਾਊਂਡ ਦੇ ਵਿੱਚ ਤੁਹਾਨੂੰ ਦ੍ਰਿਸ਼ ਜਿਹੜੇ ਦਿਖਾ ਰਹੇ ਹਾਂ। ਸੋ ਜਿਹੜੇ ਕਿ ਇਹਨਾਂ ਦੇ ਪਲੇਨ ਦੀ ਟ੍ਰੇਨਿੰਗ ਵੀ ਚੱਲ ਰਹੀ ਹੈ। ਇਹਨਾਂ ਦੀ ਜਿਹੜੀ ਕੀ ਹੈ ਇਸ ਟਾਈਮ ਖੜਨ ਦੀ ਟੈਕਨੀਕਸ ਜਿਹੜੀਆਂ ਇਹਨਾਂ ਦੀਆਂ ਚੱਲਣ ਦੀਆਂ ਟੈਕਨੀਕਸ ਹੋ ਗਈਆਂ ਦਾ ਜੋ ਵੀ ਇਹਨਾਂ ਦੇ ਰੂਲਸ ਰੈਗੂਲੇਸ਼ਨ ਨੇ, ਜੋ ਇਹਨਾਂ ਦਾ ਡਿਸਪਲਿਨ ਨੇ, ਉਹਦੇ ਉੱਪਰ ਸਾਰਾ ਜਿਹੜਾ ਵਰਕ ਕੀਤਾ ਇਸ ਟਾਈਮ ਤੁਹਾਨੂੰ ਦਿਖਾਈ ਜਾ ਰਿਹਾ ਹੈ। ਤੇ ਇਹਨਾਂ ਵੱਲੋਂ ਜਿਹੜੇ ਇਹਨਾਂ ਦੇ ਸੀਨੀਅਰਸ ਨੇ ਪਲੇਨਸ ਨੂੰ ਉਡਾਉਣ ਦੇ ਲਈ ਜਾਂ ਪਲੇਨਸ ਕਿਵੇਂ ਵਰਕ ਕਰਦਾ, ਇਹਨਾਂ ਦੀ ਐਂਟਰੈਂਸ ਹੈ ਉਸ ਦੇ ਬਾਰੇ ਸਾਰੀ ਇਹਨਾਂ ਨੂੰ ਜਾਣਕਾਰੀ ਦਿੱਤੇ ਇਹ ਦਿਖਾਈ ਜਾ ਰਹੀ ਹੈ। ਸੋ ਸਕੂਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਕੂਲਾਂ ਤੋਂ ਜਿਹੜੇ ਕਿ ਨਿੱਕੇ ਨਿੱਕੇ ਬੱਚੇ ਜਿਹੜੇ ਕਿ ਇਸ ਟਾਈਮ ਉਹ ਸੋ ਨਾਲ ਗੱਲਬਾਤ ਕਰਦੇ ਹਾਂ ਜੀ। ਹਾਂਜੀ ਬੇਟਾ, ਕੀ ਨਾਮ ਹੈ ਤੁਹਾਡਾ? सर मेरा नाम कैडेट नवजोत सिंह है। ਕਿੱਥੋਂ ਆਏ ਹੋ ਤੁਸੀਂ ਜੀ? सर मैं पटियाले का ही रहने वाला बेसिकली। ਤੇ ਕਿਹੜੇ ਸਕੂਲ ਤੋਂ ਪੜ੍ਹਦੇ ਹੋ? सर मैं स्कूल नहीं कॉलेज ਦੇ ਵਿੱਚ ਪੜ੍ਹਦਾ, ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ। ਓਕੇ, ਮਹਿੰਦਰਾ ਕਾਲਜ ਦੇ ਵਿੱਚੋਂ ਮਤਲਬ ਕਿ ਹੁਣ ਜਿਵੇਂ ਸਟੂਡੈਂਟਸ ਤੁਸੀਂ ਲੈ ਕੇ ਆਓ ਐਨਸੀਸੀ ਦੇ ਵਿੱਚ ਸ਼ੁਰੂ ਤੋਂ ਇੰਟਰਸਟ ਰਿਹਾ? ਹਾਂਜੀ, ਮੇਰਾ ਸਟਾਰਟਿੰਗ ਤੋਂ ਹੀ ਸੀਗਾ। ਜਦੋਂ ਮੈਂ ਕਾਲਜ ਦੇ ਵਿੱਚ ਲੱਗਿਆ ਕਿ ਮੈਨੂੰ ਐਨਸੀਸੀ ਲੈਣੀ ਚਾਹੀਦੀ ਹੈ। ਪੜ੍ਹਾਈ ਦੇ ਨਾਲ ਨਾਲ ਕੁਝ ਹੋਰ ਐਕਟੀਵਿਟੀਜ਼ ਹੈ ਜਿਨ੍ਹਾਂ ਦੇ ਵਿੱਚ ਪਾਰਟ ਲੈ ਕੇ ਆਪਾਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ ਤੇ ਬੈਟਰ ਬਣਾ ਸਕਦੇ ਹਾਂ। ਬਿਲਕੁਲ ਬਿਲਕੁਲ। ਤੇ ਕੀ ਸੋਚ ਉਰੇ ਆ ਕੇ ਕਿੱਦਾਂ ਦਾ ਲੱਗਿਆ, ਕਿੱਦਾਂ ਦੀ ਇਹਨਾਂ ਦੀ ਵਰਕਿੰਗ ਹੈ, ਕਿੱਦਾਂ ਦੀ ਟ੍ਰੇਨਿੰਗ ਫੀਲ ਹੋਈ ਤੁਹਾਨੂੰ? ਸਰ ਇੱਥੇ ਆ ਕੇ ਬਹੁਤ ਵਧੀਆ ਲੱਗਾ। ਇਹ ਮੈਂਡੇਟਰੀ ਕੈਂਪ ਹੁੰਦਾ ਹੈ ਸਭੀ ਕੈਡੇਟਸ ਵਾਸਤੇ ਜਿਨ੍ਹਾਂ ਨੇ ਮਤਲਬ ਐਨਸੀਸੀ ਲਿੱਤੀ ਹੈ ਸੈਕਿੰਡ ਈਅਰ ਤੇ ਥਰਡ ਈਅਰ ਦੇ ਵਿੱਚ ਨੇ ਜਿਹੜੇ। ਤੇ ਇਹਦੇ ਵਿੱਚ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਕਿ ਡਰਿਲ ਕਿੱਦਾਂ ਕਰਨੀ ਹੈ, ਕਿੱਦਾਂ ਡਿਸਿਪਲਿਨ 'ਚ ਰਹਿਣਾ, ਤੇ ਆਸ-ਪਾਸ ਵਾਲੇ ਜਿਹੜੇ ਵੀ ਕਾਲਜਿਸ ਦੇ ਬੱਚੇ ਆਏ ਨੇ ਉਹਨਾਂ ਨਾਲ ਕਿੱਦਾਂ ਵੈਲ ਬਿਹੇਵ ਕਰਨਾ ਹੈ। ਤੇ ਉਸ ਤੋਂ ਬਾਅਦ ਬਹੁਤ ਸਾਰੇ ਇੱਥੇ ਵੈਬੀਨਾਰ ਸੈਮੀਨਾਰਸ ਵਗੈਰਾ ਹੁੰਦੇ ਨੇ। ਵਧੀਆ ਵਧੀਆ ਲੋਕ ਆਉਂਦੇ ਨੇ, ਜਿਵੇਂ ਜਿਹੜੇ ਆਪਣੇ ਪਟਿਆਲੇ ਦੇ ਕਾਫੀ ਫੇਮਸ ਨੇ, ਉਹ ਵੀ ਆਏ ਸੀ ਇੱਥੇ। ਆਪਣਾ ਕਿੰਨਵਾਂ ਕੈਂਪ ਆ ਉਰੇ ਦਾ? ਇਹ ਸਰ ਮੇਰਾ ਪਹਿਲਾ ਹੀ ਹੈ। ਕਰੋਨਾ ਕਰਕੇ ਲਾਸਟ ਟਾਈਮ ਸੀਗਾ ਸਾਡਾ ਲੇਹ ਦੇ ਵਿੱਚ ਤੇ ਉੱਥੇ ਲੱਗਿਆ ਨਹੀਂ। ਬਿਲਕੁਲ ਜੀ। ਸੋ ਅਸੀਂ ਦੇਖ ਸਕਦੇ ਹੋ ਵੀ ਬੱਚਿਆਂ ਦਾ ਇੰਟਰਸਟ ਜਿਹੜੇ ਕਿ ਹੌਸਲੇ ਦੀ ਗੱਲ ਕੀਤੀ ਜਾਵੇ ਤਾਂ ਹੌਸਲੇ ਵੀ ਇਸ ਟਾਈਮ ਬਿਲਕੁਲ ਇਹਨਾਂ ਦੇ ਬੁਲੰਦ ਹੋ ਚੁੱਕੇ ਨੇ। ਸੋ ਇਸ ਟਾਈਮ ਇਕੱਲੇ ਮੇਲਸ ਹੀ ਨਹੀਂ, ਸੋ ਗੱਲਬਾਤ ਕਰਾਂਗੇ ਜਿਹੜੀਆਂ ਲੜਕੀਆਂ ਵੀ ਘਰੋਂ ਛੋਟੇ ਛੋਟੇ ਘਰਾਂ ਤੋਂ ਆ ਕੇ ਮਿਲਦੀਆਂ। ਹਾਂਜੀ ਬੇਟਾ, ਕੀ ਨਾਮ ਹੈ ਤੁਹਾਡਾ? सर सतविंदर कौर। ਸੁੰਦਰ ਜੀ, ਕਿਹੜੇ ਸਕੂਲ ਤੋਂ ਪਹੁੰਚੇ ਹੋ ਸੀ ਉਰੇ? ननकाना साहिब पब्लिक स्कूल रामपुर छन्ना। ਗਰਲਸ ਜਿਵੇਂ ਕਹਿੰਦੇ ਵੀ ਹਾਂ ਵੀ ਕੁੜੀਆਂ ਨੂੰ ਘਰੋਂ ਬਾਹਰ ਘੱਟ ਕੱਢਦੇ ਆ, ਪਰ ਤੁਹਾਡੇ ਪੇਰੈਂਟਸ ਵੱਲੋਂ ਅਲਾਉ ਕੀਤਾ ਗਿਆ ਵੀ ਇਸ ਤਰ੍ਹਾਂ ਦੇ ਐਨਸੀਸੀ ਕੰਮ 'ਚ ਜਾਣ ਤੇ? यस सर, कोई रोक नहीं हैगी मेरे को। ਬਿਲਕੁਲ ਜੀ। ਤੇ ਕਿਦਾਂ ਦਾ ਫੀਲ ਹੋ ਰਿਹਾ ਇੱਥੇ? ਕੰਫਰਟੇਬਲ? ਬਿਲਕੁਲ सर बहुत प्राउड फील हो रहा है, मेरी फैमिली ਨੂੰ ਵੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਰ। ਤੇ ਡਿਸਪਲਿਨ ਤੇ ਯੂਨਿਟੀ ਸਿੱਖਣ ਨੂੰ ਬਹੁਤ ਵਧੀਆ ਮਿਲਦਾ ਇੱਥੇ। ਬਿਲਕੁਲ ਜੀ। ਹੋਰ ਕਿਸ ਤਰ੍ਹਾਂ ਦੀ ਟ੍ਰੇਨਿੰਗ ਤੁਹਾਨੂੰ ਇੱਥੋਂ ਦੀ ਦਿਖਾਈ ਜਾ ਰਹੀ ਹੈ? ਸਰ ਫਲਾਈਂਗ, ਸ਼ੂਟਿੰਗ ਤੇ ਡਰਿਲ ਬਹੁਤ ਸਿੱਖੀ ਸਰ। ਬਹੁਤ ਵਧੀਆ ਫੀਲ ਹੁੰਦਾ ਹੈ ਸਭ ਕੁਝ ਦੇਖ ਕੇ ਤੇ ਸਭ ਨਾਲ ਯੂਨਿਟੀ 'ਚ ਕੰਮ ਕਰਕੇ। ਸਰ ਫਲਾਈਂਗ ਮੇਰੀ ਫਸਟ ਟਾਈਮ ਸੀ। ਸੀਓ ਸਰ ਨਾਲ ਫਲਾਈਂਗ ਕੀਤੀ, ਰਾਜੇਸ਼ ਸ਼ਰਮਾ ਸਰ। ਸਰ ਸਾਰੇ ਸਾਨੂੰ ਇਨਕਰੇਜ ਕਰਦੇ ਆ ਤੇ ਵਧੀਆ ਲੱਗਦਾ ਸਰ। ਤੇ ਇਸ ਤੋਂ ਇਲਾਵਾ ਹੁਣ ਜਿਹੜੀ ਫਿਊਚਰ ਦੇ ਵਿੱਚ ਕੀ ਪਲਾਨ ਆ ਤੁਹਾਡਾ ਵੀ ਹਾਂ ਵੀ ਜੇ ਇੱਥੋਂ ਸਿੱਖ ਕੇ ਅੱਛੀ ਟ੍ਰੇਨਿੰਗ ਬਣ ਗਏ ਤੇ ਕੀ ਬਣਨਾ? ਸਰ ਪਹਿਲਾਂ ਇੱਦਾਂ ਸੀ ਕਿ ਬਾਹਰ ਜਾਣਾ, ਪਰ ਹੁਣ ਕੁਝ ਬਣਨਾ ਉਰੇ ਵੀ ਕਰਾਂਗੇ ਤੇ ਬਾਹਰ ਵੀ ਜਾਵਾਂਗੇ। ਬਿਲਕੁਲ ਜੀ। ਸੋ ਬੱਚਿਆਂ ਦੀ ਜਿਹੜੀ ਕਿ ਸੋਚ ਇੱਥੋਂ ਆ ਕੇ ਸੀ ਬਦਲਦੀ ਦਿਖਾਈ ਦੇ ਰਹੀ ਹੈ ਵੀ ਜਿਹੜੇ ਕਿ ਬੱਚੇ ਸਿਰਫ ਅੱਜ ਦੇ ਟਾਈਮ ਦੇ ਵਿੱਚ ਬਾਹਰ ਜਾਣ ਨੂੰ ਹੀ ਜਿਹੜੇ ਕਿ ਉਰੋਂ ਦੇ ਜਵਾਨ ਨੌਜਵਾਨ ਕੀਤੀ ਹੋਏ ਜਾਂ ਬੱਚਿਆਂ ਦੀ ਸੋਚ ਸਿਰਫ ਹਿੰਦੁਸਤਾਨ ਛੱਡ ਕੇ ਜਾਂ ਇੰਡੀਆ ਜਾਂ ਪੰਜਾਬ ਛੱਡ ਕੇ ਬਾਹਰ ਜਾਣ ਦੀਆਂ ਸਿਰਫ ਸੋਚਾਂ ਨੇ। ਸੋ ਇਹੋ ਜਿਹੇ ਕੈਂਪਸ ਅਗਰ ਇੱਥੇ ਲੱਗਦੇ ਰਹਿੰਦੇ ਆ ਤਾਂ ਇਹਨਾਂ ਦੀ ਜਿਹੜੀ ਟੈਕਨੀਕਸ ਹੈ, ਇਹਨਾਂ ਦੀ ਸੋਚ ਹੈ ਇੱਥੋਂ ਚੇਂਜ ਹੁੰਦੀ ਹੈ ਵੀ ਹਿੰਦੁਸਤਾਨ ਵਾਸਤੇ ਜਾਂ ਆਪਣੇ ਪੰਜਾਬ ਵਾਸਤੇ ਵੀ ਕੁਝ ਕਰਕੇ ਦਿਖਾਉਣਾ। ਸੋ ਇਹਨਾਂ ਦੇ ਕੁਝ ਅਫਸਰ ਸਾਡੇ ਨਾਲ ਨੇ ਇਸ ਟਾਈਮ, ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਹਾਂਜੀ ਸਰ, ਰਾਜੇਸ਼ ਸ਼ਰਮਾ ਜੀ, ਕਿੱਦਾਂ ਦਾ ਉਹਦੇ ਕੈਂਪ ਲਗਾਇਆ ਜਾ ਰਿਹਾ? ਕੀ ਟ੍ਰੇਨਿੰਗ ਜਿਹੜੀ ਹੈ ਇਸ ਟਾਈਮ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ? एक तो आपका धन्यवाद कि जो भी कैंप को कवर कर रहे हो और इस कैंप ਨੂੰ कवर करके ਜਿਹੜੀ ਬਾਕੀ ਲੋਕਾਂ तक ਤੁਸੀਂ इन्फॉर्मेशन पहुँचाओगे। एयर एनसीसी या किसी भी एनसीसी के जो 3 विंग हैं उनके लिए सबसे इम्पोर्टेंट होता है इनका कैंप लगाना, साल में एक कैंप लगाना। छोटे बच्चों के लिए ए सर्टिफिकेट होता है, बड़े के लिए बी और सी सर्टिफिकेट होता है। और यहाँ पे बी और सी सर्टिफिकेट के बच्चे आए हुए हैं। छोटे बच्चे जो आपने देखे हैं वो एक दिन का एक्सपीरियंस जिन स्कूलों ने हमें बोला कि हम अपने बच्चे भेज सकते हैं, उनको हमने एक दिन के लिए एक्सपोजर के लिए बुलाया हुआ है। तो बी सर्टिफिकेट और सी सर्टिफिकेट बच्चे के कैरियर में एक तरह का कीर्तिमान कह लो, एक माइलस्टोन कह लो, वो क्या बोलना चाहिए, प्रूव करता है। इस कैंप में कोविड की वजह से पिछले साल भी जो एकेडमिक ईयर था उसमें फरवरी में हमने 5 दिन का कैंप लगाया था और इस साल वो कैंप 7 दिन का लगाया जा रहा है जिसमें नाइट हॉल्ट नहीं है। छोटे बच्चों के लिए कैंप मैंडेटरी नहीं था।
ਸ਼ਰਮਾ ਜੀ ਗੱਲ ਕੀਤੀ ਜਾਵੇ ਵੀ ਜਿਹੜੇ ਕਿ ਤੁਸੀਂ ਕਹਿ ਰਹੇ ਵੀ ਹਾਂ ਸਕੂਲਸ ਵਗੈਰਾ ਤੋਂ ਵੀ ਆਪਣੇ ਕੋਲ ਉਰੇ ਬੱਚੇ ਆਏ ਆ, ਪਰ ਕਈ ਵਾਰ ਜਿਹੜੇ ਕਿ ਬਿਲਕੁਲ ਗਰੀਬ ਘਰਾਂ ਦੇ ਬੱਚੇ ਆ ਉਹਨਾਂ ਵਾਸਤੇ ਆਪਾਂ ਕੀ ਕਹਿ ਸਕਦੇ ਵੀ ਕੀ ਕੋਈ ਇੱਥੇ ਆਉਣ ਦਾ ਕੋਈ ਖਰਚਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਾਂ ਸਾਰਾ ਕੁਝ ਗਵਰਨमेंट स्कूल दोनों है? कोई खर्चा नहीं है, खर्चा सिर्फ उनके लिए जो सेल्फ फाइनेंसिंग या फुली सेल्फ फाइनेंसिंग कैटेगरी के अंडर एनरोलमेंट लेते हैं इंस्टीट्यूशंस। तो मेरे अंडर काफ़ी गवर्नमेंट स्कूल हैं और बड़ी अच्छी बात लगती है कि गवर्नमेंट स्कूल के बच्चे आते हैं और बिल्कुल बाकी स्कूलों के जैसे ही उनके साथ एक कैंप का माहौल बनता है। तो अच्छे बच्चों के साथ रहेंगे तो जैसे हम बोलते हैं अच्छे लोगों के साथ रहने से अच्छी चीज़ें सीखने को मिलती हैं। तो इट इज़ अ बेसिकली कैंप एक्टिविटी विच इज़ कॉमन फॉर एवरीवन। कहीं से भी ਇਸ ਟਾਈਮ ਤੁਸੀਂ ਪਟਿਆਲਾ ਡਿਸਟ੍ਰਿਕਟ ਵਿੱਚ ਕਰ ਰਹੇ ਹੋ, ਕਿੱਦਾਂ ਕਿੱਦਾਂ ਦੇ ਜਿਹੜੇ ਜਗ੍ਹਾਵਾਂ ਉਹ ਸਿਲੈਕਟ ਕੀਤੇ ਆ, ਕਿਤੇ ਹੋਰ ਕੈਂਪੇਨਿੰਗ ਕਰਨੀ ਬਾਕੀ ਵਾਲੇ? नहीं जी, मेरी यूनिट जी हैगी 3 पंजाब एयर NCC है। हमारा साल में एक ही कैंप लगा बेसिकली ये वाला। अनफॉर्चुनेटली इसलिए क्योंकि जब तक नाइट होल्ड वाला पूरा कैंप ना हो 10 दिन का तो ਬੱਚਿਆਂ ਨੂੰ ਹੋਰ ਸਿੱਖਣ ਨੂੰ ਮਿਲਦਾ, ਸਾਨੂੰ ਵੀ ਟਾਈਮ ਮਿਲਦਾ, ਇਹਨਾਂ ਬੱਚਿਆਂ ਨਾਲ ਹੋਰ ਟਾਈਮ ਅਸੀਂ ਗੁਜ਼ਾਰੀ ਇਹਦੇ ਨਾਲ। ਲੇਕਿਨ ਹੁਣ ਕਿਉਂਕਿ ਸਿਰਫ ਜਿਹੜੇ ਸੀਨੀਅਰ ਡਿਵੀਜ਼ਨ ਦੇ ਬੱਚੇ ਹੈਗੇ ਉਹੀ ਆਏ ਨੇ, ਛੋਟੇ ਬੱਚਿਆਂ ਨੂੰ ਇੱਕ ਦਿਨ ਵਾਸਤੇ ਅਸੀਂ ਬੁਲਾਏ ਆ ਉਹਨਾਂ ਸਕੂਲਾਂ ਵਿੱਚ, ਜਿੱਦਾਂ ਪਹਿਲੇ ਕਿਹਾ, ਜਿਹੜੇ ਇੰਟਰਸਟਿਡ ਹੈਗੇ ਨੇ। ਤੇ ਆਮ ਬੱਚਾ ਜਿਹੜਾ ਗਰੀਬ ਘਰ ਦਾ ਹੈ, ਜਿਹੜਾ ਸੁਪਨੇ ਵੀ ਦੇਖ ਸਕਦਾ, ਕਦੀ ਪਿਕਚਰਾਂ ਦੀ ਚੀਜ਼ਾਂ ਦੇਖਦਾ ਜਾਂ ਕਿਤਾਬਾਂ 'ਚ ਪੜ੍ਹਦਾ ਵੀ ਇਹ ਕਰ ਸਕਦਾ ਕਿ ਨਹੀਂ ਕਰ ਸਕਦਾ, ਉਹ ਸਾਰੀਆਂ ਚੀਜ਼ਾਂ ਲਗਭਗ ਫਲਾਈਂਗ ਦੇ ਥਰੂ, 에ਅਰੋ ਮਾਡਲਿੰਗ, ਸਕੀਟ ਸ਼ੂਟਿੰਗ, ਸਾਰੀ ਚੀਜ਼ਾਂ ਹੁੰਦੀਆਂ ਇੱਥੇ। ਔਰ ਐਸੀ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਅਗਰ ਉਸ ਬੱਚੇ 'ਚ ਸਕਿੱਲ ਡਿਵੈਲਪ ਹੋ ਜਾਏ ਤੇ ਅੱਗੇ ਉਹਦਾ ਕੈਰੀਅਰ ਵੀ ਬਣ ਸਕਦਾ ਤੇ ਆਪਣੀ ਸਟੇਟ ਨੂੰ, ਭਾਰਤ ਦੇਸ਼ ਨੂੰ ਅੱਗੇ ਲਿਜਾ ਵੀ ਸਕਦਾ ਇੰਟਰਨੈਸ਼ਨਲ ਲੈਵਲ ਤੇ। ਉਹੀ ਗੱਲ ਕੀਤੀ ਜਿਸ ਸਮੇਂ ਅਸੀਂ ਕੈਰੀਅਰ ਦੀ ਗੱਲ ਕੀਤੀ, ਇੱਥੋਂ ਬੱਚੇ ਸਿੱਖ ਕੇ ਆਪਣੇ ਕੈਂਪ ਦੇ ਵਿੱਚੋਂ ਸਰਟੀਫਿਕੇਟਸ ਵਗੈਰਾ ਲੈ ਕੇ ਜਾਣਗੇ ਤੇ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਉਸ ਤੋਂ ਅੱਗੇ ਇਹਨਾਂ ਦਾ ਕੀ ਫਿਊਚਰ, ਕਿਸ ਹਿਸਾਬ से ਇਹਨਾਂ ਦੀ ਟ੍ਰੇਨਿੰਗ ਜਾਂ एंट्रेंस होगी आर्मी में? फौज में जी ऑफिसर बनने के लिए आपको डिफरेंट एंट्रेंस टेस्ट पास करने पड़ते हैं। बिल्कुल। जो ग्रेजुएशन वाले हैं CDS F का टेक्निकल एंट्री स्कीम्स होती हैं और मेरे को ये बताते हुए बड़ा फ़ख्र महसूस हो रहा है कि गवर्नमेंट ऑफ इंडिया ने ऑलरेडी ये क्लियर कर दिया एज़ पर द सुप्रीम कोर्ट डिसीजन कि हुण 12वीं क्लास जो नैशनल डिफेंस अकैडमी वैसे लड़के जाते होंगे सीगे, हुण इस साल तो कुड़ियाँ भी जाना शुरू हो जाएंगियाँ। मेरा ख्याल है, इफ आई एम नॉट रॉन्ग, 19 लड़कियों का बैच इस समय सेलेक्ट होगा जो जून में ज्वाइन करेंगी खड़गवासला पुणे। तो उनकी स्क्वाडन का नाम भी उन्होंने ਅਸੀਂ ABC बोलने हैं, S फॉर सियरा डालता उन्होंने पाता है। तो 19 लड़कियां बिल्कुल कंधे ना कंधा जोड़ के जिदा मुंडे ट्रेनिंग करते 3-3 साल की, तो वो बाद वो अफसर बनन गया। सिमिलरली आफ्टर ग्रैजुएशन आल्सो काफ़ी लड़कियां साडी ਜਿਹੜੀਆਂ ਹੈਗੀਆਂ फाइटर पायलट फ्लाइंग ब्रांच ज्वाइन कर चुकी हैं ऑलरेडी। तो ਇਹਨਾਂ ਵਾਸਤੇ ਉਹਨਾਂ बेहतरीन मौका है। ਸ਼ਰਮਾ ਕੀ ਲੱਗਦਾ ਵੀ ਇਹੋ ਜਿਹੇ ਆਪਾਂ ਜਦੋਂ ਕੈਂਪ ਵਗੈਰਾ ਲਗਾ ਰਹੇ ਹਾਂ, ਬਾਕੀ ਜਿਹੜੇ ਪਿੰਡਾਂ ਵਗੈਰਾ ਦੇ ਜਿਹੜੇ ਬੱਚੇ ਹੋ ਗਏ ਉਹਨਾਂ ਦਾ ਵਰਗੇ ਇੱਕ ਮੋਟੀਵੇਸ਼ਨ ਦਾ ਟਾਈਪ ਬਣਦੀ ਹੈ ਨਾ? ਕੀ ਸੰਦੇਸ਼ ਕੀ ਹੈ ਤੁਹਾਨੂੰ ਜਿਹੜੇ ਘਰ ਬੈਠੇ ਇਸ ਚੀਜ਼ ਨੂੰ, ਆਪਣੇ ਨਿਊਜ਼ ਨੂੰ ਸਾਡੇ ਦਰਸ਼ਕ ਦੇਖਣਗੇ ਤਾਂ ਉਹਨਾਂ ਵਾਸਤੇ ਕੀ ਮੈਸੇਜ ਹੈ ਤੁਹਾਡੇ ਵੱਲੋਂ? मेरा मैसेज या किसी का भी मैसेज जो यूनिफॉर्म सोल्जर है इस समय, वो ये है कि जी ਜਿਹੜਾ ਬੱਚਾ यूनिफॉर्म 'ਚ ਆ ਜਾਂਦਾ ਉਹਦੀ ਪਰਸਨੈਲਿਟੀ ਇੱਕ ਚੇਂਜ ਉਹਨੂੰ ਆ ਜਾਂਦਾ, ਪਰਮਾਨੈਂਟ ਚੇਂਜ। ਪਰਸਨੈਲਿਟੀ ਦਾ ਉਹ ਹਿੱਸਾ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਜਾਂਦਾ ਜਿਹੜਾ ਜ਼ਿੰਦਗੀ ਭਰ ਉਹਦੇ ਨਾਲ ਰਹਿੰਦਾ। ਤੁਸੀਂ ਕਾਰਪੋਰੇਟ ਸਾਈਡ ਚਲੇ ਜਾਓ, ਕਿਤੇ ਵੀ ਚਲੇ ਜਾਓ, ਅੱਜ ਐਵਰੀਬਡੀ ਜਿਸ ਨੇ ਵੀ ਫੌਜ ਨਾਲ ਕੰਮ ਕੀਤਾ ਜਾਂ ਕਿਸੇ ਵੀ ਡਿਸਿਪਲਿਨ ਯੂਨੀਫਾਰਮ ਨਾਲ, ਸੋਲਜਰ ਨਾਲ ਆਪਣਾ ਰੂਬਰੂ ਹੋਏ ਨੇ, ਉਹਦੀ ਪਰਸਨੈਲਿਟੀ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਅੱਜ ਇਸ ਚੀਜ਼ ਦੀ ਬੜੀ ਲੋੜ ਹੈਗੀ ਹੈ। ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈਗੀ ਹੈ, ਸਰਟੀਫਿਕੇਟ ਹੈ, ਡਿਗਰੀਆਂ ਹੈਗੀਆਂ, ਪਰ ਜੇ ਤੁਸੀਂ ਇਨਸਾਨ ਚੰਗੇ ਨਹੀਂ ਹੈਗੇ ਤੇ ਉਹਦਾ ਕੋਈ ਮਤਲਬ ਨਹੀਂ ਬਣਦਾ। ਪ੍ਰੈਕਟੀਕਲੀ ਇਨਸਾਨ ਨੂੰ ਉਸ ਜਿਹੜੀ ਨੌਲੇਜ ਹੈਗੀ ਉਹਦੀ ਐਪਲੀਕੇਸ਼ਨ ਵੀ ਉਨੀ ਜ਼ਰੂਰੀ ਹੁੰਦੀ है। तो इस बाबत ये जो कैंप लगाया जा रहा है, जूनियर सीनियर जितने बच्चे आए हैं, मेरे को लगता है ये कैंप क्योंकि 10 दिन का तो नहीं है, पर जितना भी एक्सपीरियंस यहाँ से लेके जाएंगे ऑल ओवर, जब तक ये कुछ ना कुछ लाइफ में करेंगे, एक तो यहाँ से उनको पर्पज़ ऑफ लाइफ मिलना शुरू हो जाता है। शायद उन्हें कोई स्किल होएगा जो पैशन के रूप से उन्होंने मिल जाए, तो उहदे तो उनका कोई क्या बोलना चाहिए, बिजनेस स्टार्ट हो जाए, एंटरप्रेन्योर स्किल स्टार्ट हो जाए। क्योंकि तुहानूं पता इस वेले नौकरियां ਦੀ ਬੜੀ ਮਾੜ ਹੈਗੀ ਹੈ ਨਹੀਂ ਨੌਕਰੀਆਂ। ਅਸੀਂ ਖੁਦ ਕਹਿੰਦੇ ਹਾਂ ਕਿ ਜਿਹੜੇ जॉब सीकर है उन्होंने आने की लोड़ भी नहीं इतने। इट इज़ नॉट फॉर द जॉब सीकिंग, इट इज़ बेसिकली कि आप कितना लोगों को नौकरियां दे सकते हो। तो इन्ना लोगों मुंडे कुड़ियां 'ਚ ਇੰਨਾ ਜੋਸ਼ ਹੈਗਾ, ਇੰਨੀਆਂ ਐਸੀ ਐਸੀ ਚੀਜ਼ਾਂ ਹੈਗੀਆਂ ਜਿਹੜੀਆਂ ਆਮ ਘਰਾਂ ਦੇ एनवायरमेंट ਵਿੱਚ ਉਹ ਦਿਲਾਂ 'ਚ ਹੀ ਰਹਿ ਜਾਂਦੀਆਂ। वो लड़की हैगियां तो 20-22 साल तक उन्होंने कई शादियां भी हो जाती, सब कुछ हो जाता है, पर ਇੱਥੇ ਆਉਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਉਹਨਾਂ 'ਚ ਐਸੀ ਕੋਈ ਚੀਜ਼ ਹੈਗੀ ਜਿਹੜੀ ਉਹ ਦੁਨੀਆ ਨੂੰ ਦੇ ਸਕਦੇ ਨੇ। ਬਿਲਕੁਲ ਜੀ, ਬਿਲਕੁਲ। ਸੋ ਇਸ ਨਾਲ ਸਾਡਾ ਰਾਜੇਸ਼ ਸ਼ਰਮਾ ਜੀ, ਏਸ਼ੀਅਨ ਮੈਡੀਕਲ ਆਫਿਸਰ ਜਿਹੜੇ ਕਿ ਇਹਨੂੰ ਇਸ ਕੈਂਪ ਨੂੰ ਹੈਂਡਲ ਕਰ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਮਤਲਬ ਕਿ ਸਿਰਫ ਇੱਕ ਸਕੂਲ ਦੇ ਵਿੱਚੋਂ ਨਿਕਲ ਕੇ ਜਦੋਂ ਬੱਚੇ ਦੇ ਇੱਕ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕਰਨ ਦੀ ਉਮਰ ਹੁੰਦੀ ਹੈ ਤਾਂ ਆਪਾਂ ਬੱਚਿਆਂ ਨੂੰ ਇਸ ਸਾਈਡ ਤੇ ਜੋੜੀਏ ਤਾਂ ਜੋ ਉਹਨਾਂ ਨੂੰ ਇੱਕ ਪਰਸਨੈਲਿਟੀ ਡਿਵੈਲਪਮੈਂਟ ਦੀ ਵੀ ਟ੍ਰੇਨਿੰਗ ਹੋ ਸਕੇ ਤੇ ਡਿਸਿਪਲਿਨ ਜਿਹੜਾ ਕਿ ਉਹਨਾਂ ਦਾ ਇੱਕ ਆਰਮੀ ਸਾਈ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿੱਦਾਂ ਇਹਨਾਂ ਦੇ ਖੜਨ ਦਾ ਸਟਾਈਲ ਤੇ ਜਿਹੜੇ ਇਹਨਾਂ ਦੇ ਸੀਨੀਅਰਸ ਨੇ
ਉਹਨਾਂ ਵੱਲੋਂ ਜਿਹੜੀ ਕਿ ਟ੍ਰੇਨਿੰਗ ਬਿਲਕੁਲ ਇਸ ਟਾਈਮ ਜਾਰੀ ਹੈ। ਸੋ ਫਨ ਵੀ ਹੈ ਇਹਨਾਂ ਦੇ ਵੱਲੋਂ। ਕੈਂਪ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਹੈ। ਅਗਰ ਕੋਈ ਪਿੰਡੋਂ ਦੇ ਕਿਸੇ ਗਰੀਬ ਘਰ ਤੋਂ ਵੀ ਆਉਂਦਾ ਹੈ ਤਾਂ ਇਹਨਾਂ ਦੇ ਕੈਂਪ ਦੇ ਵਿੱਚ ਇਹਨਾਂ ਵੱਲੋਂ ਜਿਹੜੀ ਕਿ ਤੁਸੀਂ ਦੇਖਦੇ ਹੋ ਰਿਫਰੈਸ਼ਮੈਂਟ ਵਗੈਰਾ ਸਭ ਕੁਝ ਇਸ ਟਾਈਮ ਹਾਜ਼ਰ ਹੈ। ਇਹ ਨਹੀਂ ਵੀ ਬੱਚਿਆਂ ਨੂੰ ਕੋਈ ਕਿਸੇ ਤਰੀਕੇ ਦੀ ਜਿਹੜੀ ਕਿ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ। ਸੋ ਸਾਡੇ ਵੱਲੋਂ ਵੀ ਸੰਦੇਸ਼ ਇਹੀ ਹੈ ਵੀ ਬੱਚਿਆਂ ਨੂੰ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨਾਲ ਜ਼ਰੂਰ ਵੱਧ ਤੋਂ ਵੱਧ ਜੋੜਨਾ ਚਾਹੀਦਾ ਹੈ। ਸੋ ਇਸ ਤਰੀਕੇ ਤੁਹਾਨੂੰ ਪਟਿਆਲਾ ਦੀਆਂ ਹੋਰ ਸਰਗਰਮੀਆਂ ਨਾਲ ਜਾਣੂ ਕਰਵਾਉਂਦੇ ਰਹਾਂਗੇ। ਹੁਣ ਦੇ ਲਈ ਇਜਾਜ਼ਤ ਦਿਓ। ਪਟਿਆਲਾ ਤੋਂ ਤਰਨ ਠੁਕਰਾਲ ਦੀ ਰਿਪੋਰਟ, ਸਟਾਰ ਪੰਜਾਬੀ ਟੀਵੀ।